ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ। 150 ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਕਰ ਰਿਹਾ ਡਿਪੋਰਟ। ਐਨਡੀਪੀ ਪਾਰਟੀ ਆਏ ਵਿਦਿਆਰਥੀਆਂ ਲਈ ਅੱਗੇ 2 ਮਿਲੀਅਨ ਫਾਈਲਾਂ ਦਾ ਪਿਆ ਬੈਕਲੌਗ, ਲੋਕ ਕਰ ਰਹੇ ਹਨ ਉਡੀਕ। ਸਪਾਊਸ ਵੀਜ਼ੇ ਬਾਰੇ ਵੱਡੀ ਖਬਰ, ਹੁਣ ਪਰਿਵਾਰ ਜਲਦ ਆਉਣਗੇ ਕੈਨੇਡਾ। ਗੁੱਸੇ ਵਿੱਚ ਆਏ ਵਿਦਿਆਰਥੀ ਨੇ ਹੋਸਟਲ 'ਚ ਲਗਾ ਦਿੱਤੀ ਅੱਗ, ਪੁਲਿਸ ਨੇ ਦਿੱਤੀ ਸਾਰੀ ਜਾਣਕਾਰੀ। 150 ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ। ਇਹਨਾਂ ਵਿਦਿਆਰਥੀਆਂ ਨੂੰ 29 ਮਈ ਨੂੰ ਡਿਪੋਰਟ ਕੀਤਾ ਜਾਣਾ ਤੈਅ ਹੈ। ਬਾਰਡਰ ਅਧਿਕਾਰੀਆਂ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਪਰ ਅਜਿਹੇ ਵਿੱਚ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਐਨਡੀਪੀ ਪਾਰਟੀ ਇਹਨਾਂ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆਈ ਤਾਂ ਕਿ ਉਹਨਾਂ ਨੂੰ ਦੇਸ਼ ਤੋਂ ਬਾਹਰ ਨਾ ਕੱਢਿਆ ਜਾਵੇ। ਕੈਨੇਡਾ ਤੋਂ ਪੰਜਾਬੀ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ 29 ਮਈ ਨੂੰ ਕੈਨੇਡਾ ਤੋਂ ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਅਜਿਹੇ ਦੇ ਵਿੱਚ ਐਨਡੀਪੀ ਪਾਰਟੀ ਇਹਨਾਂ ਪੰਜਾਬੀ ਵਿਦਿਆਰਥੀਆਂ ਦੇ ਹੱਕ ਵਿੱਚ ਆਈ ਹੈ। ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ, ਜਿਸ ਦੇ ਲੀਡਰ ਜਗਮੀਤ ਸਿੰਘ ਹਨ, ਉਹਨਾਂ ਨੇ ਸਰਕਾਰ ਨੂੰ 150 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਨਾ ਕਰਨ ਦੀ ਮੰਗ ਕੀਤੀ ਹੈ। ਦਰਅਸਲ ਇਹ ਮਾਮਲਾ ਨਕਲੀ ਕਾਲਜ ਦੇ ਦਾਖਲਾ ਪੱਤਰਾਂ ਦੇ ਨਾਲ ਜੁੜਿਆ ਹੋਇਆ ਹੈ, ਜਿਸ ਦੇ ਚੱਲਦਿਆਂ ਇਹਨਾਂ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਹੈ। ਕੈਨੇਡਾ ਦੀ ਸਰਹੱਦੀ ਸੁਰੱਖਿਆ ਏਜੰਸੀ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ 29 ਮਈ ਨੂੰ ਇਹਨਾਂ ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਭਾਰਤ ਵਿੱਚ ਇਮੀਗ੍ਰੇਸ਼ਨ ਸਲਾਹਕਾਰ ਏਜੰਸੀ ਵੱਲੋਂ ਧੋਖਾ ਦਿੱਤਾ ਗਿਆ, ਜਿਸ ਨੇ ਇਹਨਾਂ ਵਿਦਿਆਰਥੀਆਂ ਨੂੰ ਨਕਲੀ ਡਾਕੂਮੈਂਟ ਦੇ ਕੇ ਭੇਜਿਆ ਸੀ। ਪਰ ਇਹ ਵਿਦਿਆਰਥੀ ਅਜਿਹਾ ਨਹੀਂ ਜਾਣਦੇ ਸਨ ਕਿ ਉਹਨਾਂ ਨਾਲ ਧੋਖਾ ਹੋਇਆ। ਦੱਸਣਯੋਗ ਹੈ ਕਿ ਇਹ 150 ਵਿਦਿਆਰਥੀ ਉਹਨਾਂ 700 ਭਾਰਤੀ ਵਿਦਿਆਰਥੀਆਂ ਵਿੱਚ ਸ਼ਾਮਿਲ ਨੇ, ਜਿਨ੍ਹਾਂ ਦੇ ਵਿਦਿਅਕ ਸੰਸਥਾ ਦੇ ਦਾਖਲੇ ਨਕਲੀ ਨਿਕਲੇ ਨੇ। ਇਹ ਗੱਲ ਇਹਨਾਂ ਵਿਦਿਆਰਥੀਆਂ ਨੂੰ ਉਦੋਂ ਪਤਾ ਲੱਗੀ ਜਦੋਂ 2 ਸਾਲ ਦੀ ਪੜ੍ਹਾਈ ਪੂਰੀ ਕਰਨ ਅਤੇ 1 ਸਾਲ ਦੇ ਵਰਕ ਪਰਮਿਟ ਤੇ ਸਖਤ ਮਿਹਨਤ ਕਰਨ ਦੇ ਨਾਲ ਉਹਨਾਂ ਵੱਲੋਂ ਪੀਆਰ ਲਈ ਅਰਜ਼ੀ ਦਿੱਤੀ ਗਈ। ਕੈਨੇਡਾ ਸਰਕਾਰ ਵੱਲੋਂ ਜਦੋਂ ਅਰਜ਼ੀਆਂ ਦੀ ਜਾਂਚ ਕੀਤੀ ਗਈ ਤਾਂ ਸਾਲ 2018 ਤੋਂ ਸਾਲ 2022 ਦਰਮਿਆਨ ਪਹੁੰਚੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੇ ਨਾਲ ਕਈ ਡਾਕੂਮੈਂਟਸ ਨਕਲੀ ਨਿਕਲੇ। ਕੈਨੇਡਾ ਸਰਕਾਰ ਨੇ ਇਸ ਵੱਡੇ ਫਰਜ਼ੀਵਾੜੇ ਦਾ ਪਰਦਾਫਾਸ਼ ਕਰਨ ਦੇ ਨਾਲ ਹੀ ਇਹ ਹੁਕਮ ਜਾਰੀ ਕਰ ਦਿੱਤਾ ਕਿ 700 ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਜਾਵੇਗਾ। ਕਈ ਵੱਡੇ ਲੀਡਰਸ ਇਹਨਾਂ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆਏ ਨੇ। ਐਨਡੀਪੀ ਵੱਲੋਂ ਇਸ ਬਾਰੇ ਬਿਆਨ ਜਾਰੀ ਕੀਤਾ ਗਿਆ, ਜਿੱਥੇ ਉਹਨਾਂ ਨੇ ਕਿਹਾ ਕਿ ਗੁੰਮਰਾਹ ਕੀਤੇ ਗਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਸ ਦੀ ਕੀਮਤ ਨਹੀਂ ਚੁਕਾਉਣੀ ਚਾਹੀਦੀ। ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਲਈ ਐਨਡੀਪੀ ਆਲੋਚਕ ਜੈਨੀ ਨੇ ਕਿਹਾ ਕਿ ਇਸ ਸਮੇਂ ਜੋ ਵਿਦਿਆਰਥੀ ਆਪਣੀ ਯੂਨੀਵਰਸਿਟੀ ਦੀ ਸਿੱਖਿਆ ਲਈ ਕੈਨੇਡਾ ਆਏ, ਉਹਨਾਂ ਨੂੰ ਦੇਸ਼ ਨਿਕਾਲੇ ਦਾ ਖਤਰਾ ਹੈ। ਮੈਂ 25 ਮਈ ਨੂੰ ਮੰਤਰੀ ਨੂੰ ਪੱਤਰ ਲਿਖ ਕੇ ਇਹਨਾਂ ਵਿਦਿਆਰਥੀਆਂ ਦੀ ਮਦਦ ਕਰਨ ਲਈ ਮੰਗ ਕੀਤੀ ਸੀ। ਇਹਨਾਂ ਗੱਲਾਂ ਦੀ ਸਾਂਝ ਉਹਨਾਂ ਵੱਲੋਂ ਪਾਈ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਇਹਨਾਂ ਵਿਦਿਆਰਥੀਆਂ ਦੇ ਨਾਲ ਕੀ ਹੁੰਦਾ ਹੈ, ਪਰ ਲਗਾਤਾਰ ਇਸ ਨੂੰ ਲੈ ਕੇ ਚਰਚਾ ਹੋ ਰਹੀ ਹੈ। ਸਪਾਊਸ ਵੀਜ਼ਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਐਲਾਨ ਕਰਦਿਆਂ ਦੱਸਿਆ ਗਿਆ ਕਿ ਹੁਣ ਕਿਵੇਂ ਸਪਾਊਸ ਜਾਂ ਫਿਰ ਬਾਕੀ ਪਰਿਵਾਰਕ ਮੈਂਬਰਾਂ ਨੂੰ ਜਲਦ ਕੈਨੇਡਾ ਵਿੱਚ ਬੁਲਾਇਆ ਜਾਵੇਗਾ। ਇੱਕ ਨਵੀਂ ਯੋਜਨਾ ਦਾ ਜ਼ਿਕਰ ਉਹਨਾਂ ਵੱਲੋਂ ਕੀਤਾ ਗਿਆ, ਜਿਸ ਦੇ ਨਾਲ ਕੈਨੇਡਾ ਵਿੱਚ ਰਹਿੰਦੇ ਇਮੀਗ੍ਰੈਂਟਸ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਲਦ ਕੈਨੇਡਾ ਬੁਲਾ ਸਕਦੇ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਵੱਡਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਇਮੀਗ੍ਰੈਂਟਸ ਕੈਨੇਡਾ ਵਿੱਚ ਆਪਣੇ ਪਰਿਵਾਰਾਂ ਨੂੰ ਬੁਲਾ ਸਕਦੇ ਹਨ। ਇਸ ਬਾਰੇ ਗੱਲ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹੁਣ ਇੱਕ ਨਵੇਂ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ ਤਾਂ ਕਿ ਇਮੀਗ੍ਰੈਂਟਸ ਕੈਨੇਡਾ ਵਿੱਚ ਜਲਦ ਹੀ ਆਪਣੇ ਸਪਾਊਸ, ਬੱਚੇ ਅਤੇ ਮਾਂ-ਬਾਪ ਨੂੰ ਬੁਲਾ ਸਕਣ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਨਵੇਂ ਸਿਸਟਮ ਵੱਲੋਂ ਆਪਣੀ ਐਡਵਾਂਸਡ ਐਨਾਲਿਟਿਕਸ ਦੀ ਵਰਤੋਂ ਕਰਦਿਆਂ ਇਹ ਪਹਿਚਾਣਿਆ ਜਾਵੇਗਾ ਕਿ ਅਪਲਾਈ ਕਰਨ ਵਾਲਾ ਵਿਅਕਤੀ ਕੈਨੇਡਾ ਵਿੱਚ ਪੀਆਰ ਹੈ ਜਾਂ ਫਿਰ ਨਹੀਂ, ਤੇ ਫਿਰ ਉਸ ਨੂੰ ਪਹਿਲ ਦੇ ਆਧਾਰ ਦੇ ਉੱਪਰ ਜਲਦ ਹੀ ਕੈਨੇਡਾ ਵਿੱਚ ਆਪਣੇ ਪਰਿਵਾਰ ਨੂੰ ਬੁਲਾਉਣ ਦਾ ਮੌਕਾ ਮਿਲ ਸਕੇਗਾ। ਤੇ ਨਾਲ ਹੀ ਇਹ ਵੀ ਗੱਲ ਦੱਸੀ ਗਈ ਹੈ ਕਿ ਹੁਣ ਇਸ ਨਵੇਂ ਸਿਸਟਮ ਦੇ ਰਾਹੀਂ 98% ਵੱਧ ਅਰਜ਼ੀਆਂ ਨੂੰ ਅਪਰੂਵ ਕੀਤਾ ਜਾਵੇਗਾ। ਦਰਅਸਲ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੈਨਕੂਵਰ ਦੇ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। Look, thank you so much, Hedy, Dr. Fry, for joining me in this event. I'd like to as well acknowledge my colleague Wilson Miao, the Member of Parliament for Richmond Centre, for joining here today. Good morning, everyone. Thank you so much for coming. Bonjour à tous, merci d'être venu. And thank you in particular to Mark Lieberman and Meek Chocolates for providing us with the venue here today. Very appropriate given the nature of the announcement that we're hosting it at a venue that's known for bringing couples together. We're here because we have some very good news to share that's been in the works for quite a few months, and for families who are wanting to come to Canada and, more importantly, to build their lives in this country. My belief is that families are meant to be together.
especially during life's big moments, like moving to a new country. That's why we're working in Canada to help families reunite more quickly and easily and to support them once they're here as well. You know, in Canada, immigration, it's not just something we do, it's who we are. It's part of our DNA. The reality is, if you're not from an Indigenous community, the opening chapter in your family's history was written by a migrant. It's a tradition we have in Canada that we continue to welcome newcomers. It's the way that we have developed over the more than 150 years of our history, and it's the way that we're going to continue to succeed in the future. Au Canada, l'immigration n'est pas seulement une politique, c'est notre identité. Le regroupement familial est l'une des principaux piliers du système d'immigration du Canada. Family reunification is one of the core pillars of Canada's immigration system, in addition to economic migration and to resettling vulnerable people. And we know that reuniting families leads to improved emotional well-being, physical health, mental health, and financial stability for the families that come to our country. Nous savons en effet que le regroupement familial permet d'améliorer le bien-être émotionnel, la santé physique et mentale, et la stabilité financière. When newcomers know that they can bring their families with them when they come work in Canada, it helps them choose Canada in the first place. Make no mistake, ambitious family reunification policy is also ambitious economic policy, and that helps create a competitive landscape for our country in the global race for talent, which has only become more competitive over the last number of years. IRCC ਕੋਲ ਫਾਈਲਾਂ ਦਾ ਵੱਡਾ ਬੈਕਲੌਗ ਅਜੇ ਵੀ ਜਮ੍ਹਾਂ ਹੈ, ਜਿਸ ਦੇ ਉੱਪਰ ਫੈਸਲਾ ਨਹੀਂ ਸੁਣਾਇਆ ਜਾ ਸਕਿਆ। ਅੰਕੜੇ ਦੱਸਦੇ ਨੇ ਕਿ 2 ਮਿਲੀਅਨ ਦੇ ਕਰੀਬ ਫਾਈਲਾਂ ਪਈਆਂ ਨੇ, ਜਿਨ੍ਹਾਂ ਉੱਪਰ ਅਜੇ ਤੱਕ ਡਿਸੀਜਨ ਨਹੀਂ ਆ ਸਕਿਆ। ਫਾਈਲਾਂ ਦੇ ਬੈਕਲੌਗ ਦੇ ਬਾਰੇ ਇੱਕ ਵੱਡਾ ਅੰਕੜਾ ਸਾਹਮਣੇ ਆਇਆ, ਜਿੱਥੇ ਅਜੇ ਵੀ ਵਿਭਾਗ ਕੋਲ 2 ਮਿਲੀਅਨ ਦੇ ਕਰੀਬ ਅਰਜ਼ੀਆਂ ਪਈਆਂ ਨੇ, ਜਿਨ੍ਹਾਂ ਉੱਪਰ ਫੈਸਲਾ ਨਹੀਂ ਸੁਣਾਇਆ ਜਾ ਸਕਿਆ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਕਹਿਣਾ ਹੈ ਕਿ ਉਹਨਾਂ ਦੀ ਇਨਵੈਂਟਰੀ ਦੇ ਵਿੱਚ ਮੌਜੂਦਾ ਸਮੇਂ 2 ਮਿਲੀਅਨ ਤੋਂ ਵੱਧ ਫਾਈਲਾਂ ਪਈਆਂ ਹਨ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਸਾਲ 2021 ਦੇ ਵਿੱਚ ਉਹਨਾਂ ਵੱਲੋਂ ਵੱਡੀ ਗਿਣਤੀ ਅਰਜ਼ੀਆਂ ਦੇ ਉੱਪਰ ਫੈਸਲਾ ਸੁਣਾਇਆ ਗਿਆ ਤੇ ਸਾਲ 2022 ਦੇ ਵਿੱਚ 5.2 ਮਿਲੀਅਨ ਅਰਜ਼ੀਆਂ ਉਹਨਾਂ ਵੱਲੋਂ ਫਾਈਨਲਾਈਜ਼ ਕੀਤੀਆਂ ਗਈਆਂ ਨੇ। 30 ਅਪ੍ਰੈਲ ਤੱਕ ਦਾ ਅੰਕੜਾ ਦੱਸਦਾ ਹੈ ਕਿ PR ਦੇ ਨਾਲ ਜੁੜੀਆਂ ਹੋਈਆਂ 6,32,000 ਅਰਜ਼ੀਆਂ ਦੇ ਉੱਪਰ ਅਜੇ ਫੈਸਲਾ ਆਉਣਾ ਬਾਕੀ ਹੈ। ਫੈਡਰਲ ਹਾਈ ਸਕਿਲਡ ਵਰਕਰਸ ਕੈਟੇਗਰੀ ਦੇ ਨਾਲ ਜੁੜੀਆਂ ਹੋਈਆਂ ਫਾਈਲਾਂ ਵੀ 17% ਅਜਿਹੀਆਂ ਨੇ, ਜਿਨ੍ਹਾਂ ਉੱਪਰ ਫੈਸਲਾ ਨਹੀਂ ਸੁਣਾਇਆ ਜਾ ਸਕਿਆ। IRCC ਦੇ ਦੱਸਣ ਮੁਤਾਬਕ ਸਿਟੀਜ਼ਨਸ਼ਿਪ ਅਰਜ਼ੀਆਂ 2,94,000 ਦੇ ਕਰੀਬ ਅਜਿਹੀਆਂ ਨੇ, ਜਿਨ੍ਹਾਂ ਉੱਪਰ ਡਿਸੀਜਨ ਨਹੀਂ ਲਿਆ ਗਿਆ। TR ਦੇ ਨਾਲ ਜੁੜੀਆਂ ਹੋਈਆਂ ਅਜਿਹੀਆਂ ਫਾਈਲਾਂ ਦਾ ਆંકੜਾ 4,14,000 ਦੇ ਕਰੀਬ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਪਾਊਸ ਵੀਜ਼ਾ ਜਾਂ ਫਿਰ ਬਾਕੀ ਕੈਟੇਗਰੀਜ਼ ਦੇ ਨਾਲ ਜੁੜੀਆਂ ਹੋਈਆਂ ਫਾਈਲਾਂ ਦੇ ਉੱਪਰ ਵੀ ਫੈਸਲਾ ਨਹੀਂ ਸੁਣਾਇਆ ਜਾ ਸਕਿਆ। ਵਿਭਾਗ ਵੱਲੋਂ ਪਹਿਲਾਂ ਇਹ ਸਪਸ਼ਟ ਕੀਤਾ ਗਿਆ ਸੀ ਕਿ ਉਹਨਾਂ ਨੇ ਵਾਧੂ ਸਟਾਫ ਦੀ ਭਰਤੀ ਕੀਤੀ ਹੈ ਤਾਂ ਕਿ ਜਲਦ ਹੀ ਫਾਈਲਾਂ ਦੇ ਉੱਪਰ ਫੈਸਲਾ ਸੁਣਾਇਆ ਜਾ ਸਕੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸਮੇਂ-ਸਮੇਂ ਤੇ ਇਸ ਮੁੱਦੇ ਦੇ ਉੱਪਰ ਬੋਲਦੇ ਹੋਏ ਦਿਖਾਈ ਦਿੱਤੇ ਤੇ ਇਮੀਗ੍ਰੇਸ਼ਨ ਮੰਤਰੀ ਨੇ ਵੀ ਅਪਡੇਟ ਦਿੱਤੀ ਸੀ। ਪਰ ਹੁਣ ਤਾਜ਼ਾ ਅੰਕੜੇ ਦੱਸਦੇ ਨੇ ਕਿ ਕਿਵੇਂ ਫਾਈਲਾਂ ਦਾ ਵੱਡਾ ਬੈਕਲੌਗ ਅਜੇ ਪਿਆ ਹੋਇਆ ਹੈ। ਵਾਤਾਵਰਣ ਮੰਤਰੀ ਵੱਲੋਂ ਖਾਸ ਐਲਾਨ ਕੀਤਾ ਗਿਆ। ਨਿਊਜ਼ ਕਾਨਫਰੰਸ ਦੇ ਵਿੱਚ ਉਹ ਕਾਫੀ ਗੱਲਾਂ ਦਾ ਜ਼ਿਕਰ ਕਰਦੇ ਹੋਏ ਦਿਖਾਈ ਦਿੱਤੇ। ਉਹਨਾਂ ਵੱਲੋਂ ਕੁਝ ਖਾਸ ਯੋਜਨਾ ਵੀ ਸਾਂਝੀ ਕੀਤੀ ਗਈ। ਇਨਵਾਇਰਨਮੈਂਟ ਮਿਨਿਸਟਰ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਉਹ ਆਟਵਾ ਦੇ ਵਿੱਚ ਮੌਜੂਦ ਸਨ, ਜਿੱਥੇ ਉਹਨਾਂ ਨੇ ਵਾਈਲਡ ਫਾਇਰ, ਬਾਇਓਡਾਇਵਰਸਿਟੀ ਅਤੇ ਹੋਰ ਵੀ ਕਈ ਚੀਜ਼ਾਂ ਦਾ ਜ਼ਿਕਰ ਕੀਤਾ। ਵਾਤਾਵਰਣ ਨੂੰ ਲੈ ਕੇ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਤੇ ਕੈਨੇਡਾ ਦੀ ਨੈਸ਼ਨਲ ਬਾਇਓਡਾਇਵਰਸਿਟੀ ਸਟ੍ਰੈਟੇਜੀ ਕੀ ਹੈ, ਇਹ ਸਭ ਕੁਝ ਉਹਨਾਂ ਵੱਲੋਂ ਦੱਸਿਆ ਗਿਆ। Bonjour tout le monde, bienvenue à cette conférence de presse. Je m'appelle Brandon Klim et je serai votre modérateur aujourd'hui. Hello and welcome to today's press conference. My name is Brandon Klim and I will be your moderator for today. I'm pleased to invite the Honourable Stephen Guilbeault, Minister of Environment and Climate Change, to deliver his remarks. Et il me fait plaisir aujourd'hui de vous inviter l'honorable Stephen Guilbeault, ministre de l'Environnement et du Changement climatique, à prendre la parole. Monsieur le ministre. Merci beaucoup, Brandon. Hello, bonjour à toutes et à tous. Merci de vous joindre à nous cet après-midi. J'aimerais d'abord reconnaître que nous sommes ici réunis sur le territoire ancestral non cédé du peuple algonquin Anishinabeg. Je tiens à le souligner car il s'agit d'une étape essentielle vers la réconciliation. Très heureux d'être ici avec mes homologues des provinces et des territoires. Et j'aimerais les remercier d'être venus à Ottawa pour participer à cette importante réunion. We've just wrapped up our first face-to-face ministers' meeting since COP15, where the world agreed to the Kunming-Montreal Global Biodiversity Framework. I'm very happy to report that we're all on the same page in recognizing the critical importance of protecting nature
and the COP15 objectives. But as challenging as it was to broker this agreement in Montreal, domestic implementation is where the rubber hits the road. That's always the way with environmental challenges, and I just want to say how much I appreciated sitting down with my counterparts from provinces and territories, as well as Indigenous partners, to begin to hammer out the path forward. COP15 set an ambitious global plan to halt and reverse biodiversity loss by 2030 and put nature on a path to recovery by 2050. The framework adopted some of Canada's top priorities, such as protecting at least 30% of lands and waters by 2030, respecting the rights and roles of Indigenous peoples, and fighting against the main drivers of biodiversity loss, talking about pollution. ਗੁੱਸੇ ਵਿੱਚ ਆਏ ਵਿਦਿਆਰਥੀ ਨੇ ਹੌਸਟਲ 'ਚ ਅੱਗ ਲਗਾ ਦਿੱਤੀ, ਜਿੱਥੇ 20 ਜਣਿਆਂ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਵੱਲੋਂ ਇਸ ਵਿਦਿਆਰਥਣ ਤੋਂ ਫੋਨ ਖੋਇਆ ਗਿਆ ਸੀ, ਜਿਸ ਤੋਂ ਬਾਅਦ ਉਸਨੇ ਅਜਿਹਾ ਕੀਤਾ ਕਿ ਹੌਸਟਲ ਵਿੱਚ ਅੱਗ ਲਗਾ ਦਿੱਤੀ। ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਸਕੂਲ ਵਿੱਚ ਅੱਗ ਲੱਗਣ ਕਾਰਨ 20 ਬੱਚਿਆਂ ਦੀ ਜਾਨ ਚਲੀ ਗਈ ਤੇ ਕਈ ਜ਼ਖਮੀ ਹੋਏ ਸਨ। ਹੁਣ ਇਸ ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਅਧਿਆਪਕ ਵੱਲੋਂ ਵਿਦਿਆਰਥਣ ਤੋਂ ਫੋਨ ਖੋਇਆ ਗਿਆ ਸੀ ਤੇ ਗੁੱਸੇ ਵਿੱਚ ਆਉਂਦਿਆਂ ਉਸਨੇ ਸਕੂਲ ਨੂੰ ਹੀ ਜਲਾ ਦਿੱਤਾ, ਜਿਸ ਕਾਰਨ 20 ਜਣਿਆਂ ਦੀ ਜਾਨ ਚਲੀ ਗਈ। ਇਹ ਘਟਨਾ ਦੱਖਣੀ ਅਮਰੀਕਾ ਦੇ ਦੇਸ਼ ਗੁਆਨਾ ਦੇ ਨਾਲ ਜੁੜੀ ਹੋਈ ਹੈ, ਜਿੱਥੇ ਲੜਕੀ ਨੇ ਆਪਣੇ ਹੀ ਸਕੂਲ ਦੇ ਹੌਸਟਲ ਨੂੰ ਅੱਗ ਲਗਾ ਦਿੱਤੀ। ਵਿਦਿਆਰਥਣ ਵੱਲੋਂ ਲਗਾਈ ਅੱਗ ਦੇ ਵਿੱਚ ਹੌਸਟਲ ਸੜਨ ਲੱਗਾ ਤੇ ਕੁਝ ਹੀ ਸਮੇਂ ਦੇ ਵਿੱਚ ਉਹ ਸੜ ਕੇ ਖੰਡਰ ਦੇ ਵਿੱਚ ਬਦਲ ਗਿਆ। ਵਿਦਿਆਰਥਣ ਦੀ ਇਸ ਹਰਕਤ ਕਾਰਨ ਨਾ ਸਿਰਫ ਹੌਸਟਲ ਸੜਿਆ, ਸਗੋਂ ਕਈ ਬੱਚਿਆਂ ਦੀ ਜਾਨ ਵੀ ਗਈ ਹੈ। ਇਹਨਾਂ ਬੱਚਿਆਂ ਦੀ ਦਰਦਨਾਕ ਮੌਤ ਹੋਈ, ਜਿਨ੍ਹਾਂ ਵਿੱਚ ਕੁਝ ਸਟਾਫ ਮੈਂਬਰ ਵੀ ਸ਼ਾਮਲ ਸਨ। ਇਸ ਤੋਂ ਬਾਅਦ ਦੋਸ਼ੀ ਵਿਦਿਆਰਥਣ ਸਮੇਤ 10 ਲੋਕ ਵੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਣ ਦੀ ਖਬਰ ਦਿੱਤੀ ਗਈ। ਹਸਪਤਾਲ ਦੇ ਵਿੱਚ ਇਹਨਾਂ ਦਾ ਇਲਾਜ ਚੱਲ ਰਿਹਾ ਹੈ। ਦੋਸ਼ੀ ਵਿਦਿਆਰਥਣ ਨੂੰ ਪੁਲਿਸ ਨੇ ਹਸਪਤਾਲ ਤੋਂ ਹੀ ਹਿਰਾਸਤ ਵਿੱਚ ਲਿਆ। ਜਿਸ ਵਿਦਿਆਰਥਣ ਵੱਲੋਂ ਇਸ ਮਾਮਲੇ ਨੂੰ ਅੰਜਾਮ ਦਿੱਤਾ ਗਿਆ, ਉਸ ਦੀ ਉਮਰ ਮਹਿਜ਼ 14 ਸਾਲ ਦੇ ਕਰੀਬ ਦੱਸੀ ਗਈ ਹੈ। ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਗੁਆਨਾ ਦੇ ਸਕੂਲ ਦੇ ਲੜਕੀਆਂ ਦੇ ਹੌਸਟਲ ਵਿੱਚ ਸੋਮਵਾਰ ਰਾਤ ਨੂੰ ਅੱਗ ਲੱਗ ਗਈ। ਕੁਝ ਹੀ ਪਲਾਂ ਦੇ ਵਿੱਚ ਅੱਗ ਨੇ ਹੌਸਟਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਭਿਆਨਕ ਅੱਗ ਦੀ ਲਪੇਟ ਵਿੱਚ ਕਈ ਵਿਦਿਆਰਥਣਾਂ ਅਤੇ ਸਟਾਫ ਫਸ ਗਏ। ਤੁਰੰਤ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਬੁਲਾਇਆ ਗਿਆ, ਪਰ ਜਦੋਂ ਤੱਕ ਟੀਮਾਂ ਆਈਆਂ ਉਦੋਂ ਤੱਕ ਕਾਫੀ ਨੁਕਸਾਨ ਹੋ ਚੁੱਕਿਆ ਸੀ। ਦੱਸਿਆ ਗਿਆ ਕਿ ਜਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋਈ। ਇਸ ਸਾਰੀ ਘਟਨਾ ਦਾ ਸੰਬੰਧ ਮੋਬਾਈਲ ਦੇ ਨਾਲ ਦੱਸਿਆ ਗਿਆ, ਕਿਉਂਕਿ ਇਸ ਵਿਦਿਆਰਥਣ ਤੋਂ ਮੋਬਾਈਲ ਖੋਇਆ ਗਿਆ ਸੀ ਤੇ ਉਸਨੇ ਗੁੱਸੇ ਦੇ ਵਿੱਚ ਆ ਕੇ ਹੌਸਟਲ ਨੂੰ ਹੀ ਅੱਗ ਲਗਾ ਦਿੱਤੀ। ਬਾਰਡਰ ਟੱਪਣ ਤੋਂ ਪਹਿਲਾਂ 175 ਮਾਈਗ੍ਰੈਂਟਸ ਨੂੰ ਗ੍ਰਿਫਤਾਰ ਕੀਤਾ ਗਿਆ। ਮਾਈਗ੍ਰੈਂਟਸ ਦਾ ਇੱਕ ਟਰੱਕ ਅਧਿਕਾਰੀਆਂ ਦੇ ਹੱਥ ਲੱਗਾ। ਮੈਕਸੀਕੋ ਤੋਂ ਅਪਡੇਟ ਸਾਹਮਣੇ ਆਈ ਹੈ, ਜਿੱਥੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬਾਰਡਰ ਟੱਪਣ ਦੀ ਕੋਸ਼ਿਸ਼ ਦੇ ਵਿੱਚ ਸਨ ਤੇ ਪਰ ਅਲੱਗ-ਅਲੱਗ ਦੇਸ਼ਾਂ ਦੇ ਨਾਲ ਸੰਬੰਧਿਤ ਮਾਈਗ੍ਰੈਂਟਸ ਦੱਸੇ ਜਾ ਰਹੇ ਨੇ। ਅਮਰੀਕਾ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀਆਂ ਨੂੰ ਫੜਿਆ ਗਿਆ ਹੈ, ਜਿੱਥੇ 175 ਪ੍ਰਵਾਸੀਆਂ ਦੇ ਨਾਲ ਭਰਿਆ ਟਰੱਕ ਮਿਲਿਆ। ਇਹਨਾਂ ਪ੍ਰਵਾਸੀਆਂ ਵੱਲੋਂ ਸਰਹੱਦ ਪਾਰ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜੀ ਹਾਂ, ਮੈਕਸੀਕੋ ਦੇ ਚਾਪਾਸ ਸੂਬੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਟਰੱਕ ਵਿੱਚ ਸਵਾਰ ਵੱਡੀ ਗਿਣਤੀ ਪ੍ਰਵਾਸੀ ਮਿਲੇ, ਜਿਨ੍ਹਾਂ ਦੀ ਗਿਣਤੀ 175 ਦੱਸੀ ਗਈ ਹੈ। ਇਹਨਾਂ ਵਿੱਚ ਜ਼ਿਆਦਾਤਰ ਮੱਧ ਅਮਰੀਕਾ ਦੇ ਨਾਲ ਸੰਬੰਧਿਤ ਮਾਈਗ੍ਰੈਂਟਸ ਦੱਸੇ ਜਾ ਰਹੇ ਨੇ। ਇਸ ਬਾਰੇ ਨੈਸ਼ਨਲ ਇੰਸਟੀਚਿਊਟ ਆਫ ਮਾਈਗ੍ਰੇਸ਼ਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਕਿਹਾ ਕਿ ਪ੍ਰਵਾਸੀਆਂ ਦਾ ਇੱਕ ਵੱਡਾ ਟਰੱਕ ਉਹਨਾਂ ਨੂੰ ਮਿਲਿਆ ਹੈ। ਉਹਨਾਂ ਦਾ ਮੰਨਣਾ ਹੈ ਕਿ ਇਹਨਾਂ ਪ੍ਰਵਾਸੀਆਂ ਵੱਲੋਂ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਸੀ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਸ ਵਿੱਚ ਸਵਾਰ 154 ਜਾਣੇ ਗੁਆਟੇਮਾਲਾ, 13 ਜਾਣੇ ਇਕਵਾਡੋਰ ਅਤੇ 3 ਜਾਣੇ ਸਲਵਾਡੋਰ ਤੇ 3 ਹੋਂਡਾਰਸ ਦੇ ਨਾਲ ਸੰਬੰਧਿਤ ਦੱਸੇ ਗਏ ਨੇ। ਇਸ ਦੇ ਨਾਲ ਹੀ ਇੱਕ ਪਾਕਿਸਤਾਨੀ ਨਾਗਰਿਕ ਵੀ ਇਸ ਵਿੱਚ ਮੌਜੂਦ ਹੋਣ ਦੀ ਗੱਲ ਕਹੀ ਗਈ ਹੈ। ਇਹਨਾਂ ਪ੍ਰਵਾਸੀਆਂ ਵਿੱਚੋਂ 28 ਨਾਬਾਲਗ ਦੱਸੇ ਗਏ। ਜਾਣਕਾਰੀ ਲਈ ਦੱਸ ਦਈਏ ਕਿ ਸਾਲ 2021 ਅਤੇ ਸਾਲ 2022 ਵਿੱਚ 23 ਲੱਖ ਤੋਂ ਜ਼ਿਆਦਾ ਲੋਕਾਂ ਨੇ ਸਰਹੱਦ ਪਾਰ ਕੀਤੀ। ਅਮਰੀਕੀ ਸਰਕਾਰ ਵੱਲੋਂ ਅੰਕੜੇ ਜਾਰੀ ਕਰਦਿਆਂ ਦੱਸਿਆ ਗਿਆ ਕਿ ਸਾਲ 2023 ਦੇ ਵਿੱਚ 12 ਲੱਖ ਤੋਂ ਜ਼ਿਆਦਾ ਪ੍ਰਵਾਸੀ ਸਰਹੱਦ ਪਾਰ ਕਰਕੇ ਅਮਰੀਕਾ ਦਾਖਲ ਹੋਏ। ਇਸ ਦੌਰਾਨ ਇੱਕ ਮੀਡੀਆ ਰਿਪੋਰਟ ਦਾ ਦਾਅਵਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਕਾਰਜਕਾਲ ਦੌਰਾਨ 60 ਲੱਖ ਤੋਂ ਜ਼ਿਆਦਾ ਗੈਰ ਕਾਨੂੰਨੀ ਪ੍ਰਵਾਸੀ ਦੇਸ਼ ਵਿੱਚ ਦਾਖਲ ਹੋ ਚੁੱਕੇ ਨੇ। ਸਦਨ ਦੇ ਵਿੱਚ ਬਾਰਡਰ ਨੂੰ ਲੈ ਕੇ ਚਰਚਾ ਹੋਈ ਹੈ, ਜਿੱਥੇ ਕਮਲਾ ਹੈਰਿਸ ਦੇ ਉੱਪਰ ਵੀ ਸਵਾਲ ਖੜੇ ਕੀਤੇ ਗਏ। ਸਦਨ ਦੇ ਵਿੱਚ ਸਦਰਨ ਬਾਰਡਰ ਨੂੰ ਲੈ ਕੇ ਕੀ ਕੁਝ ਕਿਹਾ ਗਿਆ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਸਦਰਨ ਬਾਰਡਰ ਦੇ ਮੁੱਦੇ ਦੇ ਉੱਪਰ ਹਾਊਸ ਦੇ ਵਿੱਚ ਗੱਲ ਕੀਤੀ ਗਈ ਤੇ ਨਾਲ ਹੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਉੱਪਰ ਵੀ ਇਸ ਨੂੰ ਲੈ ਕੇ ਨਿਸ਼ਾਨਾ ਸਾਧਿਆ ਗਿਆ।
ਹਾਊਸ ਦੇ ਵਿੱਚ ਸਦਰਨ ਬਾਰਡਰ ਨੂੰ ਲੈ ਕੇ ਕੀ ਕੁਝ ਕਿਹਾ ਗਿਆ ਤੇ ਹਾਲਟ ਫੈਂਟਨਿਲ ਐਕਟ ਬਾਰੇ ਕੀ ਕੁਝ ਵਿਚਾਰ ਸਾਂਝੇ ਕੀਤੇ ਗਏ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ। You know, as I sit here and listen, I'm on Rules Committee, and I hope all those listening in a balcony, what my Democrat friends are saying are just words. And my strong belief that this fentanyl bill, H.R. 467, is a step in the right direction. Now, the issue that is plaguing this country is the invasion of the border. Where have we heard one word from my Democrat colleagues about stopping the invasion? We're a nation of borders. Every nation is sovereign, or you cease to be a nation. That's where our fentanyl is coming in, and it shocks me to keep hearing you say it's coming in designated points of entry. There are no designated points of entry. The whole border is open. And why the lives that are lost through the drug overdoses that killed 100,000 of our young people last year, why does that not resonate? I have no earthly idea why this administration is intent on keeping our borders open, and they know it. You got a vice president who's laughing at it. You got a president who hasn't even been there to go other than to go on one visit of a regulated visit to the border. It's insane, and the American people are tired of it. In South Carolina, I went to a news conference with police officers. They seized enough fentanyl to wipe out the whole state of South Carolina. What do we hear from the other side? Crickets. We hear nothing. And it's a crying shame of what happens. And I will end with this. A DEA agent who said he was talking about this problem, he had picture after picture of our young people. He said, you know, in the morgue, there are no drug treatment centers. In the morgue, there are no education systems. In the morgue, there are no things to coach people who are in a casket. It's a sad day for America, and hopefully this insanity will end at some point in time when a new administration takes over. Mr. Speaker, I yield back. ਜਿਪ ਸਦਨ ਦੇ ਵਿੱਚ ਕਾਫੀ ਗੁੱਸੇ ਅੰਦਰ ਦਿਖਾਈ ਦਿੱਤੇ, ਉਹਨਾਂ ਵੱਲੋਂ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਡੈਪ ਸੀਲਿੰਗ ਦਾ ਵੀ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ। ਚਿਪ ਰॉय ਰਿਪਬਲਿਕਨਸ ਦੇ ਖਿਲਾਫ ਬੋਲੇ, ਜਿੱਥੇ ਉਹਨਾਂ ਵੱਲੋਂ ਡੈਪਟ ਲਿਮਿਟ ਦਾ ਜ਼ਿਕਰ ਕੀਤਾ ਗਿਆ। ਸਦਨ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। I do have to take some issue with some of the one-minute speeches that my colleagues on the other side of the aisle were engaging in about an hour ago. I saw that the Democrat majority leader was on the floor with a chart, and that chart said, House Republicans are running out of town to cause an economic meltdown. Sounds ominous. Sounds terrible and threatening, and all sorts of calamities going to ensue. Where are Senate Democrats? Where is Chuck Schumer? They've been MIA this entire week, not even in town, but hell, they've been MIA all year, not doing a thing in the Senate, except for being the personnel office for the administration. That's all they do. They run through nominations, and heck, they're not even that good at that. So what do? They run out of town. Where was the president last week? Japan. You see this ominous threat of a looming debt ceiling date, an X date as it's being referred to, of June 1, is all manufactured crisis and theater. We know that. Americans know that. Secretary Yellen wants to figure out how we need to deal with whatever interest payments need to be paid in June. She can prioritize those payments. She can make decisions to figure out how to carry this country forward. She can walk on down here, brief us, meet with us long before the June 7th date she's currently planning to come down to talk to us, and have a conversation about, I don't know, how about taking those COVID dollars back that are sitting there unobligated to the tune of $50 billion? How about taking the IRS dollars back that are there to expand the Internal Revenue Service, an IRS which, by the way, targets the poor and minorities 3 to 5 times more than the non-poor and non-minorities? That's the truth. Why don't they take that $80 billion, combine it with the COVID money, turn it into dollars right now that you can go pay loans with? Voila, no problem. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। 150 ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਕਰ ਰਿਹਾ ਡਿਪੋਰਟ, ਐਨਡੀਪੀ ਪਾਰਟੀ ਆਏ ਵਿਦਿਆਰਥੀਆਂ ਲਈ ਅੱਗੇ। 2 ਮਿਲੀਅਨ ਫਾਈਲਾਂ ਦਾ ਪਿਆ ਬੈਕਲੌਗ, ਲੋਕ ਕਰ ਰਹੇ ਹਨ ਉਡੀਕ।
ਸਪਾਊਸ ਵੀਜ਼ੇ ਬਾਰੇ ਵੱਡੀ ਖਬਰ, ਹੁਣ ਪਰਿਵਾਰ ਜਲਦ ਆਉਣਗੇ ਕੈਨੇਡਾ। ਗੁੱਸੇ ਵਿੱਚ ਆਏ ਵਿਦਿਆਰਥਣ ਨੇ ਹੋਸਟਲ 'ਚ ਲਗਾ ਦਿੱਤੀ ਅੱਗ, ਪੁਲਿਸ ਨੇ ਦਿੱਤੀ ਸਾਰੀ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।